ਵਿਜ਼ਨ ਪੰਜਾਬ ਟੀਵੀ ਤੇ ਤੁਸੀਂ ਜੁੜ ਗਏ ਹੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕਿਸਾਨ ਏਕਤਾ ਮੋਰਚਾ ਵੱਲੋਂ ਦੀ ਮਿੱਟੀ ਜਿਹੜੀ ਹੈ ਉਹ ਇੱਥੇ ਲਿਆਉਣ ਵਾਸਤੇ ਕਿਹਾ ਗਿਆ ਸੀ ਕਿ ਆਪਣੇ ਆਪਣੇ ਪਿੰਡ ਚੋਂ ਮਿੱਟੀ ਲੈ ਕੇ ਆਉਣੀ ਹੈ ਤਾਂ ਕਿ ਦੱਸ ਸਕੀਏ ਕਿ ਇਹ ਜਿਹੜੀ ਲੜਾਈ ਹੈ ਇਹ ਜ਼ਮੀਨਾਂ ਬਚਾਉਣ ਦੀ ਲੜਾਈ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਇੱਥੇ ਦੇਣੀ ਸੀਗੀ। ਕਿਸਾਨੀ ਅੰਦੋਲਨ ਦੇ ਵਿੱਚ 350 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਗਏ ਨੇ ਤਾਂ ਇਸ ਕਰਕੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਵੀ ਭੇਟ ਕੀਤੀ ਜਾਣੀ ਸੀ। ਅਲੱਗ-ਅਲੱਗ ਸਟੇਟਾਂ ਤੋਂ ਇੱਥੇ ਮਿੱਟੀ ਲਿਆਂਦੀ ਗਈ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪੂਰਾ ਇਹ ਕਨਸੈਪਟ ਰੱਖਿਆ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪੂਰੀ ਇੱਕ ਲਾਅ ਦੀ ਰੂਪ ਦੇ ਵਿੱਚ ਇਹ ਤੁਸੀਂ ਲਿੱਤੀ ਹੋਈ ਹੈ, ਇੱਕ ਸ਼ੇਪ ਬਣਾਈ ਹੈ। ਉਸ ਤੋਂ ਬਾਅਦ ਹਲ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ। ਸਮਝਣਾ ਚਾਹਾਂਗੇ ਤੁਹਾਡੇ ਤੋਂ ਕਿ ਕਿਵੇਂ ਇਹ ਚੀਜ਼ ਤੁਸੀਂ ਕਰ ਰਹੇ ਹੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਪ੍ਰੀਤ ਸਿੰਘ ਹੈ, ਮੈਂ ਪਟਿਆਲਾ ਬੇਸਡ ਆਰਟਿਸਟ ਹਾਂ। ਇਹ ਸਮਾਰਕ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਦੇ ਵਿੱਚ ਕਿਸਾਨ ਇੱਕ ਹਵਾ ਪਾਣੀ ਅੱਗ ਨਾਲ ਲੜਦਾ ਹੋਇਆ ਹਨਾ ਖੇਤੀ ਕਰਦਾ, ਅੰਨ ਪੈਦਾ ਕਰਦਾ ਤੇ ਉਹ ਆਪਣੇ ਹੱਕਾਂ ਲਈ ਲੜ ਰਿਹਾ ਹੈ। ਇਹਦੇ ਵਿੱਚ ਹਵਾ ਵੀ ਹੈ, ਦਿਨ ਰਾਤ ਕੰਮ ਕਰਦਾ, ਉਹ ਦਿਨ ਰਾਤ ਕੰਮ ਕਰਦੇ ਹੋਏ ਹਵਾ ਪਾਣੀ ਅੱਗ ਨਾਲ ਲੜਦੇ ਹੋਏ ਅੰਨ ਪੈਦਾ ਕਰਦਾ ਤੇ ਉਹ ਉਸੇ ਨੂੰ ਦਿਖਾਉਂਦਾ ਹੋਇਆ ਇਹ ਸਮਾਰਕ ਹੈ ਤੇ ਸ਼ਹੀਦਾਂ ਨੂੰ ਸਮਰਪਿਤ ਹੈ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਸਾਨੂੰ ਆ ਕੇ ਦੱਸੋ ਵੀ 4 ਦਿਸ਼ਾਵਾਂ ਤੁਸੀਂ ਇਹ ਬਣਾਈਆਂ ਨੇ ਉਹਦੇ ਬਾਰੇ। ਕਿਉਂਕਿ ਇਹ ਚਾਰ ਦਿਸ਼ਾਵਾਂ ਇਸ ਕਰਕੇ ਨੇ ਵੀ ਚਾਰੋਂ ਦਿਸ਼ਾਵਾਂ ਤੋਂ ਮਿੱਟੀ ਆਈ ਹੈ, ਪੂਰੇ ਭਾਰਤ ਦੇ ਵਿੱਚੋਂ ਮਿੱਟੀ ਆਈ ਹੈ ਜੀ। ਇਸ ਕਰਕੇ 4 ਦਿਸ਼ਾਵਾਂ ਨੇ ਤੇ ਚਾਰੇ ਦਿਸ਼ਾਵਾਂ ਤੋਂ ਕਿਸਾਨ ਨੂੰ ਮਾਰ ਪੈ ਰਹੀ ਹੈ। ਇਹ ਸੈਂਟਰ 'ਚ ਜਿਹੜੇ ਘੜਾ ਰੱਖਿਆ ਉਹਦੇ 'ਚ ਮਿੱਟੀ ਪਾਈ। ਹਾਂਜੀ, ਇਹਦੇ ਜਿਹੜਾ ਘੜਾ ਹੈ ਜੀ ਇਹ ਪੂਰੇ ਸਾਰਿਆਂ ਦੇ ਵਿੱਚ ਮਿਕਸ ਮਿੱਟੀ ਹੈ ਜੀ, ਸਾਰਿਆਂ ਦੀ ਜਿਹੜੀ ਇੱਥੇ ਹੈ। ਇੱਥੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਹਵਾ ਪਾਣੀ ਤੇ ਅੱਗ ਦਾ ਸੁਮੇਲ ਹੈ। ਸ਼ੇਪ ਜਿਹੜੀ ਹੈ ਉਹ ਅੱਗ ਦੀ ਦਿੱਤੀ ਗਈ ਹੈ। ਦੂਸਰੇ ਪਾਸੇ ਉਧਰ ਤੁਸੀਂ ਬੂੰਦਾਂ ਦੇਖ ਸਕਦੇ ਹੋ, ਉਹ ਪਾਣੀ ਦੀਆਂ ਬੂੰਦਾਂ ਦੀ ਸ਼ੇਪ ਦਿੱਤੀ ਗਈ ਹੈ ਤੇ ਹਵਾ ਤਾਂ ਕਿ ਪਾਸ ਹੋ ਸਕੇ ਉਹ ਹਵਾ ਦੀ ਵੀ ਦਿੱਤੀ ਹੋਈ ਹੈ। ਤੇ ਸੂਰਜ ਦਿਨ ਤੇ ਚੰਨ ਤੇ ਸੂਰਜ ਦਿਨ ਤੇ ਰਾਤ ਦਾ ਪ੍ਰਤੀਕ ਨੇ ਨਾ ਜੀ, ਇਸ ਕਰਕੇ ਚੰਨ ਤੇ ਸੂਰਜ ਨੇ, ਦਿਨ ਤੇ ਰਾਤ ਹੈ, ਅੱਗ ਹਵਾ ਇਹਦੇ ਵਿੱਚ ਆਪਣੇ ਆਪ ਹੀ ਹੈ ਤੇ ਅੱਗ ਦੀ ਸ਼ੇਪ ਹੈ ਇਹ। ਤੇ ਤੁਸੀਂ ਕਣਕ ਦੀਆਂ ਬੱਲੀਆਂ ਦੇਖ ਸਕਦੇ ਹੋ ਤੇ ਜਦੋਂ ਪੱਕ ਜਾਂਦੀ ਉਦੋਂ ਵੀ ਡਰ ਲੱਗਦਾ ਕਿਸਾਨ ਨੂੰ ਵੀ ਕਿਤੇ ਖੇਤ ਨੂੰ ਅੱਗ ਨਾ ਲੱਗ ਜਾਏ। ਇੱਥੇ ਦੀਵੇ ਵੀ ਲਗਾਏ ਗਏ ਨੇ। ਦੀਵੇ ਸ਼ਰਧਾਂਜਲੀ ਵਾਸਤੇ ਲਗਾਏ ਨੇ ਜਾਂ ਫਿਰ ਕਿਵੇਂ? ਦੀਵੇ ਸ਼ਰਧਾਂਜਲੀ ਵਾਸਤੇ ਨੇ ਤੇ ਜਿਹੜੇ 3 ਕਾਲੇ ਕਾਨੂੰਨ ਨੇ ਵੀ ਅੱਗ ਨੇ। ਕਿਵੇਂ ਦੇਖਦੇ ਹੋ ਕਿ ਸਾਡੇ ਇਹ ਵਿਰੋਧ ਦੇ ਵਿੱਚ ਰੰਗ ਵੀ ਇਸ ਦਾ ਕਾਲਾ ਇਸੇ ਲਈ ਕੀਤਾ ਹੈ ਜੀ। ਕਿਵੇਂ ਦੇਖਦੇ ਹੋ ਵੀ 350 ਤੋਂ ਵੱਧ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਪਰ ਸਰਕਾਰ ਜਿਹੜੀ ਹੈ ਕੁਝ ਨਹੀਂ ਸੁਣਦੀ ਨਾ ਕੁਝ ਬੋਲਦੀ। ਦੇਖੋ ਜੀ, ਜਿਹੜੀ ਸਰਕਾਰ ਹੈ ਉਹਨੂੰ ਸੁਣਨਾ ਚਾਹੀਦਾ ਹੈ ਤੇ ਸਹੀ ਮੰਗਾਂ ਨੇ ਕਿਸਾਨ ਦੀਆਂ ਤੇ ਕਿਉਂਕਿ ਜੇ ਇਹ 3 ਕਾਲੇ ਕਾਨੂੰਨ ਪਾਸ ਹੋ ਜਾਂਦੇ ਨੇ ਤਾਂ ਦੇਸ਼ ਦੇ ਵਿੱਚ ਮਹਿੰਗਾਈ ਤੋਂ ਲੈ ਕੇ ਹਰ ਇੱਕ ਉਹ ਸਮੱਸਿਆ ਪੈਦਾ ਹੋਏਗੀ ਜਿਹਦੇ ਨਾਲ ਇੱਕ ਆਮ ਜਿਹੜਾ ਵਿਅਕਤੀ ਹੈ ਉਹ ਪਰੇਸ਼ਾਨ ਹੋਏਗਾ। ਇਸ ਕਰਕੇ ਸਰਕਾਰ ਨੂੰ ਸੁਣਨਾ ਚਾਹੀਦਾ। ਮੈਂ ਤਾਂ ਅਪੀਲ ਕਰਦਾ ਜੀ ਕਿ ਸਰਕਾਰ ਨੂੰ ਇਹ 3 ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਜੀ। ਤੁਸੀਂ ਕਹਿੰਦੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਆ ਜਿਹੜੀ ਨੀਚੇ ਮਿੱਟੀ ਹੈ ਉਹ ਕਿਧਰੋਂ ਇਹ ਅਲੱਗ-ਅਲੱਗ ਥਾਵਾਂ ਦੀ ਮਿੱਟੀ ਹੈ ਜੀ, ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸਾਰੇ ਜਣੇ ਇਕੱਠੀ ਕਰਕੇ ਮਿੱਟੀ ਲੈ ਕੇ ਆਏ ਨੇ। ਇਸ ਘੜੇ ਦੇ ਵਿੱਚ ਸਾਰਿਆਂ ਦੀ ਸਾਂਝੀ ਮਿੱਟੀ ਹੈ ਜੀ। ਇਹਨੂੰ ਆਪਾਂ ਬਦਲ ਵੀ ਦਿੰਨੇ ਆ ਇਹਨੂੰ ਜੀ ਇੱਥੋਂ ਦੀ। ਖਰਗ ਕੀਤ ਮੈਂ ਸਰਨ ਤੁਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਰੀ। ਘੜੇ 'ਚ ਦੇਖ ਸਕਦੇ ਹੋ ਇਹ ਘੜੇ ਦੇ ਵਿੱਚ ਸਾਰਿਆਂ ਦੀ ਸਾਂਝੀ ਮਿੱਟੀ ਹੈ। ਇਸ ਕਰਕੇ ਹੁਣ ਇਹਨੂੰ ਸੈਂਟਰ ਦੇ ਵਿੱਚ ਰੱਖਿਆ ਜਾਏਗਾ ਤਾਂ ਕਿ ਇਹ ਪ੍ਰਤੀਕ ਹੈ ਵੀ ਚਾਰੋਂ ਦਿਸ਼ਾਵਾਂ ਤੋਂ ਇਹ ਜਿਹੜੀ ਮਿੱਟੀ ਹੈ ਉਹ ਆਈ ਹੋਈ ਹੈ। ਇਹ ਵੀ ਮਿੱਟੀ ਜਿਹੜੀ ਹੈ ਉਹ ਲੈ ਕੇ ਆਏ ਨੇ। ਕਹਾਂ से आप? हम लोग महाराष्ट्र के कोल्हापुर जिले से आए हैं। कोल्हापुर और सांगली ये 2 जिलों में आप शायद जानते होंगे क्रांति सिंह नाना पाटिल जिन्होंने अंग्रेजों के खिलाफ में ऐसे ही जो भी शोषण करने वाले कानून थे उसके खिलाफ में बहुत बड़ा आंदोलन उन्होंने वहां पर चलाया और एक नया जनता का सरकार उन्होंने चलाया। इसलिए आज उनका बहुत अच्छा वहाँ के एरिया में बहुत नाम है। वो हमारे क्रांतिकारी बहुत बड़े नेतृत्व हम उनको मानते हैं। और वहाँ पर हमारे दोनों कोल्हापुर और सांगली जिले में करीबन 16 गांव से हम लोग ये मट्टी लेकर आए हैं जहाँ पर कर्नाटका की बॉर्डर भी है और वहाँ पर जनपद में जैसे कि हम अछूत कहते हैं उस जाति से लेकर ब्राह्मण तक बहुत सारे लोगों ने अपनी शहादत दी है। और इसलिए उन सभी जगहों से हम लोगों ने मिट्टी लाकर यहाँ पर इस मिट्टी सत्याग्रह में हमने हिस्सा लिया है और वही संदेश देने के लिए कि ये जो मिट्टी है ये मिट्टी क्रांतिकारों की शहादत से
देश आज़ाद हुआ है, तब फिर से एक बार इस देश को गुलाम बनाने वाली जो नीति है, सरकार है, जो भी विचार सिद्धांत है, उसको हम फेंक देंगे और ये आज़ाद देश हमेशा कैसे आज़ाद रहेगा, सब जाति धर्म के लोगों का रहेगा, किसानों का रहेगा, मजदूरों का रहेगा, हर एक काम करने वाले का रहेगा। इस तरह का एक संदेश लेकर हम यहाँ तक आए हैं और इस आंदोलन को हम समर्थन दे रहे हैं। लगता है कि सरकार तक आपकी आवाज पहुंचेगी? हाँ बिल्कुल, अब नहीं पहुंचे हैं तो अलग से और भी फंडे निकालने पड़ेंगे, जैसे कि भगत सिंह ने किया और उन्होंने जिस तरह से अंग्रेजों के खिलाफ उनके लिए जैसे भी असेंबली में कानून बनाए थे, आप जानते होंगे 1929 में, तो जो बम उन्होंने डाला और उसमें उन्होंने कहा कि बहरों को बम से ही सजग किया जाता है, तो उस तरह से आने वाले दिनों में इससे भी अलग कुछ अगर सरकार नहीं मानती है तो अलग भी कुछ कार्यक्रम के माध्यम से हम सरकार को हिलाने को, सरकार को जगाने का काम हम जरूर करेंगे, ये हमारा विश्वास है। संसद के लिए भी बोला गया है कि संसद कूच करना है। हाँ, संसद में ये जो है, संसद तो जन संसद होनी चाहिए, लेकिन हमारे देश की संसद इस देश को गुलाम बनाने की सोच रही है और ये गलत है। संसद इसलिए बनाई गई है कि इस देश के लोगों को जो भलाई के कानून हो उस संसद में बने, और इसलिए हम अपने लोग वहां पर चुन कर देते हैं। लेकिन वही अगर मालिक बनकर अगर देश को गुलाम बनाएंगे, देश को अगर बेचेंगे, तो ये बहुत नाइंसाफी है, ये गैर कानूनी है, संविधान के खिलाफ है। और इसलिए हम ये कहते हैं कि इस देश में संविधान के अनुसार अपना कारोबार चलेगा, इस देश के लोगों के भलाई के लिए चलेगा, न कि कोई जाति और धर्म के नाम पर नहीं, या कोई गलत तरीके से शोषण और पूंजीपतियों के नाम से नहीं चलेगा, ये हमारा कहना है। महाराष्ट्र से है ना? हाँ जी, महाराष्ट्र से। कितने गांव से लाए? ये हम 16 गांव से लाए हैं, 16 गांव से। ਇੱਥੇ ਤੁਸੀਂ ਦੇਖ ਸਕਦੇ ਹੋ ਮਹਾਰਾਸ਼ਟਰ ਤੋਂ ਆਏ ਨੇ 16 ਜਿਹੜੇ گاؤں ਨੇ, ਉੱਥੋਂ ਦੀ ਇਹ ਜਿਹੜੀ ਮਿੱਟੀ ਉਹਨੂੰ ਲੈ ਕੇ ਆਏ ਨੇ। ਇਹ ਤੁਸੀਂ ਦੇਖ ਸਕਦੇ ਹੋ, ਇਹ ਪ੍ਰਤੀਕ ਹੈ ਕਿ ਸਰਕਾਰ ਨੂੰ ਜਗਾਉਣ ਵਾਸਤੇ, ਸਰਕਾਰ ਨੂੰ ਹਲੂਣਾ ਦੇਣ ਵਾਸਤੇ। ਇਸ ਤੋਂ ਇਲਾਵਾ ਅਸੀਂ ਅੱਗੇ ਜੇ ਚੱਲੀਏ ਤਾਂ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਕਿ ਦੇਖ ਸਕਦੇ ਹੋ ਕਿਵੇਂ ਇੱਕ ਲਾਈਨ ਦੇ ਵਿੱਚ ਜਿਹੜੀ ਹੈ ਇਹ ਦੀਵੇ ਲਗਾਏ ਗਏ ਨੇ। ਇਹ ਸ਼ਰਧਾਂਜਲੀ ਵਾਸਤੇ ਹੀ ਨੇ, ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇੱਥੇ। ਅੱਜ ਮਿੱਟੀ ਸੱਤਿਆਗ੍ਰਹਿ ਸੀਗਾ, ਜਿੱਥੇ ਕਿ ਵੱਖ-ਵੱਖ ਸਟੇਟਾਂ ਦੇ ਲੋਕ ਜਿਹੜੇ ਨੇ ਉਹ ਇੱਥੇ ਸ਼ਾਮਲ ਹੋਏ। ਉਹਨਾਂ ਨੇ ਆਪਣੀ ਆਪਣੀ ਸਟੇਟਾਂ ਤੋਂ ਇੱਥੇ ਮਿੱਟੀ ਲੈ ਕੇ ਆਏ। ਜਿਵੇਂ ਹੁਣੇ ਤੁਸੀਂ ਸੁਣਿਆ ਕਿ ਮਹਾਰਾਸ਼ਟਰ ਤੋਂ ਆਏ ਨੇ 16 ਜਿਹੜੇ گاؤں ਨੇ, ਉੱਥੋਂ ਦੀ ਜਿਹੜੀ ਮਿੱਟੀ ਹੈ ਉਹ ਲੈ ਕੇ ਆਏ ਨੇ ਸਰਕਾਰ ਨੂੰ ਜਗਾਉਣ ਵਾਸਤੇ, ਸਰਕਾਰ ਨੂੰ ਹਲੂਣਾ ਦੇਣ ਵਾਸਤੇ ਕਿ ਇੱਥੇ ਵੀ ਕਿਸਾਨ ਬੈਠੇ ਨੇ। ਸਰਕਾਰ ਸਿਰਫ ਆਪਣੀ ਜਿਹੜੀ ਹੈ ਵਧਾਈ ਕਰਨ 'ਚ ਲੱਗੀ ਹੋਈ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਜਿਹੜੀ ਇਹਨਾਂ ਦੀ ਇਨਕਮ ਹੈ ਉਹ ਦੁੱਗਣੀ ਕਰ ਦਿਆਂਗੇ, ਪਰ ਦੁੱਗਣੀ ਕਿਵੇਂ ਕਰਾਂਗੇ ਉਹ ਹਲੇ ਤੱਕ ਦੱਸਣ ਦੇ ਵਿੱਚ ਨਾਕਾਮਯਾਬ ਸਰਕਾਰ ਹੁੰਦੀ ਹੋਈ ਨਜ਼ਰ ਆਉਂਦੀ ਹੈ। ਪਰ ਇਹ ਜਿਹੜੇ ਹੌਸਲੇ ਨੇ ਇਹ ਦਿਖਦੇ ਨੇ ਇੱਥੇ ਕਿ ਕਿਸ ਤਰੀਕੇ ਦੇ ਨਾਲ ਹੌਸਲੇ ਵੀ ਮਜ਼ਬੂਤ ਨੇ, ਜਜ਼ਬੇ ਵੀ ਉਵੇਂ ਹੀ ਨੇ ਕਿ ਅਸੀਂ ਇੱਥੋਂ ਦੀ ਆਪਣੇ ਹੱਕ ਜਿਹੜੇ ਨੇ ਵਾਪਸ ਲੈ ਕੇ ਜਾਣੇ ਨੇ। ਹਰ ਇੱਕ ਚੀਜ਼, ਇੱਕ ਇੱਕ ਪ੍ਰਤੀਕ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਜਿਹੜੇ ਲੋਕ ਨੇ ਉਹ ਆਪਣੀ ਗੱਲ ਸਰਕਾਰ ਕੋਲੋਂ ਦੀ ਮਨਵਾਉਣਾ ਚਾਹੁੰਦੇ ਨੇ, ਸਰਕਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਅਸੀਂ ਇੱਥੋਂ ਉਦੋਂ ਤੱਕ ਟਿਕੇ ਰਵਾਂਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਸੋ ਇਸੇ ਤਰੀਕੇ ਦੇ ਨਾਲ ਸੰਸਦ ਵੱਲ ਕੂਚ ਕਰਨ ਦਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਸੰਸਦ ਵੱਲ ਹੁਣ ਕੂਚ ਕੀਤਾ ਜਾਵੇਗਾ। ਇਹ ਤਸਵੀਰਾਂ ਤੁਹਾਡੇ ਤੱਕ ਇੱਕ ਵਾਰ ਫਿਰ ਸਾਂਝੀਆਂ ਕਰਦੇ ਹਾਂ। 4 ਦਿਸ਼ਾਵਾਂ ਬਣਾਈਆਂ ਗਈਆਂ ਨੇ, 4 ਦਿਸ਼ਾਵਾਂ ਤੋਂ, ਕਿਉਂਕਿ ਮਿੱਟੀ ਲਿਆਂਦੀ ਗਈ ਹੈ ਤੇ ਉਹ ਮਿੱਟੀ 4 ਦਿਸ਼ਾਵਾਂ ਤੋਂ ਲਿਆ ਕੇ ਇੱਕ ਘੜੇ ਦੇ ਵਿੱਚ ਪਾ ਕੇ ਇਹਦੇ ਸੈਂਟਰ ਦੇ ਵਿੱਚ ਰੱਖੀ ਗਈ ਹੈ। ਤੇ ਇੱਥੇ ਹਲ ਦੇਖ ਸਕਦੇ ਹੋ, ਇਹ ਹਲ ਬਣਾਇਆ ਹੋਇਆ ਕਿ ਕਿਸਾਨ ਆਪਣੀ ਕਿਸਾਨੀ ਕਰਦਾ ਹੈ, ਪਰ ਸਰਕਾਰ ਜਿਹੜੀ ਹੈ ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਲੱਗੀ ਹੋਈ ਹੈ। ਇਹ ਕਾਲਾ ਰੰਗ ਵੀ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਕਾਲਾ ਰੰਗ ਜਿਹੜਾ ਉਹ ਰੋਜ਼ ਦਾ ਰੰਗ ਹੈ, ਤਾਂ ਇੱਥੇ ਰੋਜ਼ ਜਿਹੜਾ ਹੈ ਆਪਣਾ ਜ਼ਾਹਰ ਕੀਤਾ ਜਾ ਰਿਹਾ ਹੈ। ਤਾਂ ਅੱਜ ਕਿਸਾਨ ਪਹੁੰਚੇ ਮਿੱਟੀ ਸੱਤਿਆਗ੍ਰਹਿ ਦੇ ਵਿੱਚ, ਆਪਣੇ ਵੱਖ-ਵੱਖ ਗਾਂਵ ਜਿਹੜੇ ਨੇ ਇਹਨਾਂ ਦੇ ਉੱਥੋਂ ਦੀ ਮਿੱਟੀ ਲੈ ਕੇ ਆਏ ਨੇ, ਮਹਾਰਾਸ਼ਟਰ ਤੋਂ ਪਹੁੰਚੇ ਨੇ, ਰਾਜਸਥਾਨ ਤੋਂ ਪਹੁੰਚੇ ਨੇ। ਸੋ ਇਹ ਹਰ ਇੱਕ ਜਗ੍ਹਾ ਤੋਂ ਜਿਹੜਾ ਹਿੱਸਾ ਲੈ ਰਹੇ ਨੇ ਆਪਣਾ, ਇਹੀ ਦਰਸਾਉਂਦਾ ਹੈ ਕਿ ਵੱਖ-ਵੱਖ ਸਟੇਟਾਂ ਜਿਹੜੀਆਂ ਨੇ ਉਹ ਵੀ ਜੁੜੀਆਂ ਹੋਈਆਂ ਨੇ। ਇਹ ਅੰਦੋਲਨ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ। ਸਰਕਾਰ ਹਲੇ ਵਿਅਸਤ ਹੈ, ਸਰਕਾਰ ਹਲੇ ਇਹ ਸਭ ਕੁਝ ਦਿਖਾਉਣਾ ਚਾਹੁੰਦੀ ਹੈ ਵੀ ਸਰਕਾਰ ਕਿਵੇਂ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ, ਕਿਵੇਂ ਕਾਲੇ ਕਾਨੂੰਨ ਚੰਗੇ ਨੇ ਪਰ ਦੱਸਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਯਾਬ ਰਹਿੰਦੀ ਹੈ। ਕਦੋਂ ਤੱਕ ਸਰਕਾਰ ਮੰਨਦੀ ਹੈ, ਸੰਸਦ ਵੱਲ ਕੂਚ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਉਦੋਂ ਕੀ ਸਰਕਾਰ ਸੁਣਦੀ ਹੈ ਜਾਂ ਨਹੀਂ ਉਹ ਵੀ ਦੇਖਾਂਗੇ। ਤੇ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਵਿਜ਼ਨ ਪੰਜਾਬ ਟੀਵੀ ਦੇ ਨਾਲ। ਹੋਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੈਮਰਾਮੈਨ ਮੁਕੇਸ਼ ਦੇ ਨਾਲ ਮੈਂ ਅਨੁਕੜ।